Subscribe to our channel by clicking the subscribe button. Click the bell button and enjoy the latest uploads from our channel. 102 नॉट आउट ਇਹਦੇ ਨਾਮ ਤੋਂ ਜ਼ਾਹਿਰ ਹੈ ਕਿ ਇੱਕ ਬਜ਼ੁਰਗ ਹੈ ਜਿਹੜਾ 102 ਸਾਲ ਦਾ ਹੈ ਤੇ ਹਾਲੇ ਤੱਕ ਜ਼ਿੰਦਾ ਹੈ ਤੇ ਉਹਦੇ ਚ ਬਾਰ-ਬਾਰ ਉਹਨੇ ਦੋ ਤਿੰਨ ਵਾਰੀ ਇਹ ਵਾਲਾ ਆਖਿਆ ਵੀ ਹੈ ਕਿ ਮਰਨ ਦਾ ਮੈਨੂੰ ਕੋਈ ਤਜਰਬਾ ਨਹੀਂ, ਮੈਂ ਪੂਰੀ ਜ਼ਿੰਦਗੀ ਨਹੀਂ ਮਰਿਆ ਤੇ ਇਸ ਵਾਸਤੇ ਤੂੰ ਫਿਕਰ ਨਾ ਕਰ ਆਪਣੇ ਪੁੱਤਰ ਨੂੰ ਆਂਦਾ। 75 ਸਾਲ ਦਾ ਉਹਦਾ ਪੁੱਤਰ ਹੈ ਔਰ ਆਪੀ 102 ਸਾਲ ਦਾ ਹੈ। 75 ਸਾਲ ਦਾ ਪੁੱਤਰ ਜਿਹੜਾ ਉਹ ਬੁਢਾਪਾ ਉਹਨੇ ਤਾਰੀ ਕਰ ਲਿਆ, ਉਹਦੇ ਤੇ ਬੁਢਾਪਾ ਤਾਰੀ ਹੋ ਗਿਆ, ਲਿਹਾਜ਼ਾ ਪੁਰਾਣੀਆਂ ਚੀਜ਼ਾਂ ਨਾਲ ਉਹਦਾ ਪਿਆਰ ਹੈ, ਉਹਦੇ ਆਪਣੇ ਬੈੱਡ ਸ਼ੀਟ ਦੇ ਨਾਲ ਪਿਆਰ ਹੈ, ਠੀਕ ਹੈ, ਡਾਕਟਰ ਦੇ ਨਾਲ ਉਹਦਾ ਮੁਸਤਕਿਲ ਉਹਦੀ ਅਪਾਇੰਟਮੈਂਟ ਰਹਿੰਦੀ ਹੈ ਤੇ ਇਸ ਤਰ੍ਹਾਂ ਨਾਲ ਜੋ ਵੀ 75 ਦੇ ਏਜ 'ਚ ਜੋ ਵੀ ਇਨਸਾਨ ਨੂੰ ਆਦਤਾਂ ਉਹਦੀਆਂ ਬਣ ਜਾਂਦੀਆਂ ਨੇ ਉਹਨੂੰ ਉਹਦੇ ਕੋਲ ਉਹਨੂੰ ਆਦਤਾਂ ਹੈ ਨੇ। ਰਿਸ਼ੀ ਕਪੂਰ ਨੂੰ ਅਮਿਤਾਭ ਬੱਚਨ ਦਾ ਸਟਾਂਸ ਹੈ 102 ਸਾਲ ਦਾ ਬਾਬਾ ਹੋਣ ਦੇ ਨਾਤੇ ਉਹ ਆਂਦਾ ਕਿ ਬੁਢਾਪਾ ਇੱਕ ਜ਼ਿਹਨੀ ਕੈਫੀਅਤ ਹੈ ਔਰ ਜਿਸਮ ਦੇ ਵਿੱਚ ਕੋਈ ਉਹਦੇ ਚ ਆੜੇ ਨਹੀਂ ਹੁੰਦਾ। ਅੱਛਾ, ਉਹਨੇ ਛੋਟੀ ਜਿਹੀ ਚੀਜ਼ ਨੂੰ ਫਿਲਮ ਦੇ ਤੌਰ ਤੇ ਸਕਰੀਨ ਦੇ ਉੱਤੇ ਪ੍ਰੋਜੈਕਟ ਕਰਨਾ ਇਹ ਬਹਰਹਾਲ ਮਹਾਰਤ ਦਾ ਕੰਮ ਸੀ ਔਰ ਉਹਨੇ ਮਹਾਰਤ ਦਾ ਕੰਮ ਕਰ ਵਿਖਾਇਆ ਉਹਨਾਂ ਨੇ ਭਾਰਤ ਨੇ। ਤੇ ਮੈਂ ਸਮਝਦਾ ਵਾਂ ਕਿ ਜਿਸ ਤਰ੍ਹਾਂ ਅਸੀਂ ਕੁਝ ਦੇਰ ਪਹਿਲਾਂ ਆਫ ਏਅਰ ਅਸੀਂ ਕਮਿਊਨਿਟੀ ਰੇਡੀਓ ਦੀ ਗੱਲ ਕਰਦੇ ਪਏ ਸਾਂ, ਭਾਰਤ ਨੇ ਕਮਿਊਨਿਟੀ ਸਿਨੇਮਾ ਸਮਝ ਲਓ ਉਸ ਵੱਲ ਨਾ ਆਹਿਸਤਾ ਆਹਿਸਤਾ ਉਹਨੇ ਆਪਣਾ ਕਦਮ ਵਧਾਉਣਾ ਸ਼ੁਰੂ ਕਰ ਦਿੱਤਾ ਹੈ। ਹੋ ਸਕਦਾ ਹੈ ਕਿ ਨੌਜਵਾਨਾਂ ਨੂੰ ਪਸੰਦ ਨਾ ਆਏ, ਕਾਲਜ ਗੋਇੰਗ ਯੂਨੀਵਰਸਿਟੀ ਗੋਇੰਗ ਗਰਲਸ ਔਰ ਬॉयਜ਼ ਨੂੰ ਪਸੰਦ ਨਾ ਆਏ, ਲੇਕਿਨ ਇਹ ਮੁਮਕਿਨ ਨਹੀਂ ਕਿ ਬਜ਼ੁਰਗਾਂ ਨੂੰ ਪਸੰਦ ਨਾ ਆਏ। ਸੋ ਮੇਰਾ ਖਿਆਲ ਹੈ ਕਿ ਭਾਰਤ ਨੇ ਇਹ ਜਿਹੜੀ ਫਿਲਮ ਬਣਾਈ ਹੈ ਇਹ ਬਜ਼ੁਰਗਾਂ ਨੂੰ ਮੱਦੇਨਜ਼ਰ ਰੱਖ ਕੇ ਬਣਾਈ ਹੈ, ਬਜ਼ੁਰਗਾਂ ਵਾਸਤੇ ਬਣਾਈ ਹੈ, ਸੀਨੀਅਰ ਸਿਟੀਜ਼ਨਸ ਵਾਸਤੇ ਬਣਾਈ ਹੈ ਤੇ ਉਹਨਾਂ ਨੂੰ ਜਾ ਕੇ ਜ਼ਰੂਰ ਵੇਖਣੀ ਚਾਹੀਦੀ ਹੈ। ਤੁਹਾਨੂੰ ਮੈਨੂੰ ਵੀ ਜਾ ਕੇ ਜ਼ਰੂਰ ਵੇਖਣੀ ਚਾਹੀਦੀ ਹੈ ਕਿ ਕਿਸ ਖੂਬਸੂਰਤੀ ਨਾਲ ਅਮਿਤਾਭ ਬੱਚਨ ਜਿਹੜਾ 102 ਸਾਲ ਦਾ ਹੈ ਉਹ ਬੁਢਾਪੇ ਦੀਆਂ ਆਦਤਾਂ ਆਹਿਸਤਾ ਆਹਿਸਤਾ ਰਿਸ਼ੀ ਕਪੂਰ ਦੇ ਜ਼ਿਹਨ ਚੋਂ ਖਤਮ ਕਰਦਾ ਹੈ ਔਰ ਉਹਨੂੰ ਇਹ ਅਹਿਸਾਸ ਦਵਾਉਂਦਾ ਹੈ ਕਿ ਸਿਰਫ ਇਹ ਆਦਤਾਂ ਖਤਮ ਕਰ ਲੈ ਤੇ ਜ਼ਿਆਦਾ ਦੇਰ ਜ਼ਿੰਦਾ ਰਹਿ ਸਕਦਾ ਹੈ। ਉਹ ਚੀਨੀ ਇੱਕ ਬੰਦਾ ਹੈ, ਉਹਨੇ ਉਹਦਾ ਇੱਕ ਨਾ ਉਹ ਵੱਡੀ ਜੀ ਇੱਕ ਤਸਵੀਰ ਜਿਹੜੇ ਨਾ ਉਹ ਲਿਆਂਦੀ ਔਰ ਕਹਿੰਦਾ ਕਿ ਇਹ 126 ਸਾਲ ਦਾ ਤੇ ਮੈਂ ਇਹਦਾ ਰਿਕਾਰਡ ਤੋੜਨਾ ਹੈ, ਲੇਕਿਨ 102 ਫਿਲਮ ਦੇ ਐਂਡ ਤੇ 102 ਸਾਲ ਦੇ ਬਾਬੇ ਦਾ ਇੰਤਕਾਲ ਹੋ ਜਾਂਦਾ ਹੈ। ਆਪਣੇ ਪੁੱਤਰ ਵਾਸਤੇ ਜਿਹੜਾ ਉਹ ਪੈਗਾਮ ਰਿਕਾਰਡ ਕਰਦਾ ਹੈ ਉਹਦੇ ਵਿੱਚ ਆਉਂਦਾ ਕਿ ਤੂੰ 75 ਸਾਲ ਦਾ ਤੇ ਓਨਲੀ 46 ਇਅਰਸ ਟੂ ਗੋ। ਗਾਲਿਬਨ ਕੋਈ ਉਹਦਾ ਕੈਲਕੂਲੇਸ਼ਨ ਕਰਕੇ ਉਹਨੇ ਆਖਿਆ ਕਿ ਇੰਨੇ ਸਾਲ ਤੂੰ ਮਜ਼ੀਦ ਜ਼ਿੰਦਾ ਰਹਿਣਾ ਹੈ। ਮੈਂ ਤੇ ਉਹਦਾ ਰਿਕਾਰਡ ਨਹੀਂ ਤੋੜ ਸਕਿਆ, ਲੇਕਿਨ ਮੈਂ ਭਗਵਾਨ ਨੂੰ ਆਨਾ ਪਿਆ ਕਿ ਮੇਰਾ ਪੁੱਤਰ ਜਿਹੜਾ ਨਾ ਉਹ ਰਿਕਾਰਡ ਤੋੜ ਦੇਗਾ। ਅੱਛਾ, ਕਿਸ ਤਰੀਕੇ ਨਾਲ ਉਹ ਆਦਤਾਂ ਉਹ ਖਤਮ ਕਰਦਾ ਆਹਿਸਤਾ ਆਹਿਸਤਾ, ਇਹ ਸ਼ਰਤਾਂ ਰੱਖਦਾ ਕਿ ਜਾਂ ਤੇ ਤੂੰ ਮੇਰੀਆਂ ਸ਼ਰਤਾਂ ਮੰਨੇਗਾ ਜਾਂ ਤੈਨੂੰ ਮੈਂ ਭੇਜ ਦਿਆਂਗਾ ਉਹਦੇ ਚ ਜਿਹੜਾ ਜਿੱਥੇ ਬਜ਼ੁਰਗ ਰਹਿੰਦੇ ਨਾ ਓਲਡ ਪੀਪਲ ਹੋਮ, ਉੱਥੇ ਮੈਂ ਭੇਜ ਦਿਆਂਗਾ। ਤੇ ਇਹ ਡਰ ਜਾਂਦਾ ਰਿਸ਼ੀ ਕਪੂਰ ਕਿ ਮੈਂ ਉੱਥੇ ਨਹੀਂ ਜਾਣਾ, ਮੈਂ ਤੇ ਆਪਣੇ ਘਰ ਚ ਰਹਿਣਾ। ਤੇ ਫਿਰ ਪਿਓ ਆਂਦਾ ਕਿ ਜੇ ਤੂੰ ਇੱਥੇ ਮੇਰੇ ਘਰ ਚ ਰਹਿਣਾ ਕਿਉਂਕਿ ਨਾ ਇਹ ਤੇ ਮੇਰੇ ਨਾਮ ਹੈ, ਮੇਰੇ ਘਰ ਚ ਰਹਿਣਾ, ਫਿਰ ਮੇਰੀਆਂ ਸ਼ਰਤਾਂ ਮੰਨਣੀਆਂ ਪੈਣਗੀਆਂ। ਉਹ ਸ਼ਰਤਾਂ ਇਤਫਾਕ ਨਾਲ ਐਸੀਆਂ ਨੇ ਕਿ ਜਿਹੜੀਆਂ ਬੁਢਾਪੇ ਦੀਆਂ ਆਦਤਾਂ ਇਹਦੇ ਆਹਿਸਤਾ ਆਹਿਸਤਾ ਇਹਨੂੰ ਖਤਮ ਕਰਨ ਚ ਮਦਦ ਦਿੰਦੀਆਂ ਨੇ। ਕੋਈ ਉਹਨਾਂ ਨੇ ਹੀਰੋਇਨ ਫਵਾਸਾ ਵਿੱਚ ਨਹੀਂ ਪਾਈ, ਕੋਈ ਉਹਨਾਂ ਨੇ ਆਈਟਮ ਸੌਂਗ ਵਿੱਚ ਨਹੀਂ ਪਾਇਆ, ਕਿਸੇ ਤਰ੍ਹਾਂ ਦੀ ਕੋਈ ਹੋਰ ਉਹ ਚਮਕ ਦਮਕ ਜਿਹੜੀ ਹੈ ਕੋਈ ਗਲੈਮਰ ਉਹਦੇ ਚ ਨਹੀਂ ਹੈ। ਇਹਦੇ ਬਾਵਜੂਦ ਇੱਕ ਖੂਬਸੂਰਤ ਫਿਲਮ ਹੈ ਔਰ ਇਨਸਾਨ ਖੁਸ਼ ਹੋ ਕੇ ਵਾਪਸ ਹੁੰਦਾ ਹੈ। ਤੇ ਮੈਂ ਸਮਝਦਾ ਆਲ ਕ੍ਰੈਡਿਟ ਗੋਜ਼ ਟੂ ਇੰਡੀਅਨ ਇੰਡਸਟਰੀ। ਪਾਕਿਸਤਾਨੀ ਇੰਡਸਟਰੀ ਵੀ ਉਨੀ ਹੀ ਜਦੋਂ ਤਰੱਕੀ ਕਰ ਜਾਏਗੀ, ਜੋ ਕਿ ਬਹੁਤ ਜਲਦੀ ਕਰ ਜਾਏਗੀ, ਤੇ ਫਿਰ ਡੈਡੀਕੇਟਿਡ ਹੋ ਕੇ ਇਹੋ ਜਿਹੀ ਫਿਲਮਾਂ ਬਣਾਇਆ ਕਰੇਗੀ ਜਿਹੜਾ ਜਿਸ ਤਰ੍ਹਾਂ ਅਸੀਂ ਆਫ ਏਅਰ ਵੀ ਗੱਲ ਕਰਦੇ ਪਏ ਸਾਂ ਸਪੋਰਟਸ ਦੇ ਉੱਤੇ ਫਿਲਮਾਂ ਬਣਨਗੀਆਂ, ਜਿਸ ਤਰ੍ਹਾਂ ਮੋਟਰਸਾਈਕਲ ਗਰਲ ਇੱਕ ਡੈਡੀਕੇਟਿਡ ਹੋ ਕੇ ਜ਼ੈਨਤ ਇਰਫਾਨ ਹੂ ਹਰਸੈਲਫ ਐਕਚੁਅਲੀ ਇਜ਼ ਅ ਲੇਡੀ ਆਫ 22 ਓਨਲੀ, ਤੇ ਉਹਦੇ ਉੱਤੇ ਫਿਲਮ ਬਣਾ ਲਈਏ ਤੇ ਇਹਦੇ ਉੱਤੇ ਜਨਾਬ ਬਜ਼ੁਰਗਾਂ ਦੇ ਉੱਤੇ ਫਿਲਮ ਬਣੇਗੀ, 35 ਸਾਲ ਦੇ ਰਿਟਾਇਰਡ ਕ੍ਰਿਕਟਰਸ ਦੇ ਉੱਤੇ ਫਿਲਮ ਬਣੇਗੀ। ਤੇ ਮੇਰਾ ਖਿਆਲ ਹੈ ਕਿ ਦਿਸ ਇਜ਼ ਹਾਊ ਵੀ supposed to take our ship along the across the ocean। ਤੇ ਇਹਦੀ ਸਿਨੇਮੈਟੋਗ੍ਰਾਫੀ ਔਰ ਇਹਦਾ ਸਾਊਂਡ ਵਗੈਰਾ ਉਹਦੇ ਬਾਰੇ ਚ ਕੀ ਰਹੇ? ਮੇਰਾ ਖਿਆਲ ਹੈ ਕਿ ਸਾਊਂਡ ਤੇ ਦਾ ਬਹੁਤ ਅੱਛਾ ਹੈ ਔਰ ਸਿਨੇਮੈਟੋਗ੍ਰਾਫੀ ਵੀ ਬਹੁਤ ਅੱਛੀ ਹੈ। ਇੱਕ ਲੋਕੇਸ਼ਨ ਹੈ ਘਰ ਦੀ, ਸਿਰਫ ਉਹ ਘਰ ਦੀ ਲੋਕੇਸ਼ਨ ਹੈ ਔਰ ਉਹਦੇ ਵਿੱਚ ਸਾਰੀ ਤਕਰੀਬਨ ਸ਼ੂਟ ਕੀਤੀ ਵੀ ਥੋੜੀ ਜਿਹੀ ਆਊਟਡੋਰ ਹੈ ਤੇ ਇਹਨੂੰ ਡਰਾਮਾ ਜਨਰਾ ਦਾ ਤੁਸੀਂ ਕਹਿ ਸਕਦੇ ਹੋ। ਸੋ ਸਿਨੇਮੈਟਿਕ ਜਿਹੜੇ ਸੀਨ ਨੇ ਜਿਨ੍ਹਾਂ ਨਾਲ ਅਸੀਂ ਯੂਜ਼ ਟੂ ਆ ਉਹ ਵਾਲੇ ਸੀਨ ਤੇ ਇਹਦੇ ਵਿੱਚ ਬਹੁਤ ਥੋੜੇ ਨੇ, लेकिन ਇਹਦੇ ਬਾਵਜੂਦ it is a piece of cinema and it is quite watchable in the cinema hall or I would suggest you to go and to watch it or all the film students must go to watch ਤਾकि ਉਹਨਾਂ ਨੂੰ ਇੱਕ ਤੇ ਵੇਖੋ ਨਾ ਇੱਕ ਤੇ ਜਿਸ ਤਰ੍ਹਾਂ ਬਿਯੋਂਡ ਦ ਕਲਾਉਡਸ ਉਹਦਾ ਇਹ ਬੰਦਾ ਕਹਿ ਸਕਦਾ ਕਿ ਹਾਂ ਬਿਯੋਂਡ ਦ ਕਲਾਉਡਸ ਇਸ ਵਾਸਤੇ ਅੱਛੀ ਹੈ ਕਿ ਉਹ ਮਾजिद मजीदी ਨੇ ਬਣਾਈ ਹੈ, ਇਸ ਵਾਸਤੇ ਫਿਲਮ ਦੇ ਸਟੂਡੈਂਟਸ ਨੂੰ ਵੇਖਣੀ ਚਾਹੀਦੀ ਹੈ। ਲੇਕਿਨ as far as this film is concerned you will take inspiration about making a film on a very alien subject। It is indeed an alien subject
ਤੇ ਇਹਦੇ ਉੱਤੇ ਤੁਸੀਂ ਕਿਸ ਤਰ੍ਹਾਂ ਫਿਲਮ ਬਣਾ ਸਕਦੇ ਹੋ। A film student must go and watch 102 Not Out, or agar even if you are not a film student, you are a general cine goer, still this will entertain you, and this has something in store for you.